ਸਤਿ ਸ਼੍ਰੀ ਅਕਾਲ ਜੀ। ਦੇਸ਼ ਪ੍ਰਦੇਸ਼ ਪ੍ਰੋਗਰਾਮ ਦੇ ਨਾਲ ਜਿੰਨੇ ਵੀ ਦਰਸ਼ਕ ਸਾਡੇ ਜੁੜੇ ਨੇ ਸਾਰਿਆਂ ਦਾ ਨਿੱਘਾ ਸਵਾਗਤ, ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੋ ਇਨਫੋਰਮੇਸ਼ਨ ਤੁਹਾਡੇ ਲਈ ਲੈ ਕੇ ਆਏ ਹਾਂ। ਪਹਿਲੀ ਤਾਂ ਇਨਫੋਰਮੇਸ਼ਨ ਇਹ ਹੈਗੀ ਹੈ ਕਿ ਪੰਜਾਬ ਤੋਂ ਜਿਹੜਾ ਵੀ ਟੂਰਿਸਟ ਜਾਂ ਵਿਜ਼ਟਰ ਕੈਨੇਡਾ ਜਾਂਦਾ ਸੀ ਜਾਂ ਕਿਸੇ US ਵਗੈਰਾ ਦੇਸ਼ 'ਚ ਜਾਂਦਾ ਸੀ ਕਿ ਦੋਵੇਂ ਕੈਟਾਗਰੀਆਂ ਬੰਦ ਨੇ। ਟੂਰਿਸਟ ਵੀ ਨਹੀਂ ਜਾ ਸਕਦਾ, ਵਿਜ਼ਟਰ ਵੀ ਨਹੀਂ ਜਾ ਸਕਦਾ, ਜਾਂ ਕੋਈ ਕੈਟਾਗਰੀ ਖੁੱਲੀ ਹੈ ਜਾਂ ਕਿਵੇਂ ਅਪਲਾਈ ਕਰਨਾ, ਇਹਦੇ ਬਾਰੇ ਚਰਚਾ ਕਰਾਂਗੇ। ਦੂਸਰਾ, ਬਹੁਤ ਸਾਰੇ ਵਿਦਿਆਰਥੀ ਸਵਾਲ ਪੁੱਛਦੇ ਸੀਗੇ ਜੀ, ਪੰਜਾਬ 'ਚ ਪੈਕੇਜ ਸਿਸਟਮ ਹੈ, 5 ਲੱਖ 10 ਲੱਖ 20 ਲੱਖ ਰੁਪਈਆ ਲੈ ਲਿਆ ਜਾਂਦਾ ਹੈ, ਪਰ ਨਾ ਕਾਲਜ ਦਾ ਪਤਾ ਨਾ ਕੋਰਸ ਦਾ ਪਤਾ। ਸੋ ਅੱਜ ਇੱਕ ਕੰਪਨੀ P3 ਜਿਹੜੀ ਕਿ ਸਾਡੇ ਨਾਲ ਡਿਟੇਲ ਦੇ ਵਿੱਚ ਉਹਨਾਂ ਕਾਲਜਸ ਦੀ ਗੱਲ ਕਰੇਗੀ, ਜਿਹਦੇ ਵਿੱਚ ਫੀਸ ਤੁਸੀਂ ਆਪ ਭਰਨੀ ਹੈ, ਸਭ ਕੁਝ ਤੁਸੀਂ ਆਪ ਭਰਨਾ ਹੈ। ਇਹਨਾਂ ਨੇ ਵੀ ਜਿਹੜੀ ਆਪਣੇ ਚਾਰਜਸ ਨੇ ਉਹ ਬਾਅਦ ਦੇ ਵਿੱਚ ਲੈਣੇ ਨੇ, ਇਹਦੇ ਬਾਰੇ ਵੀ ਚਰਚਾ ਕਰਾਂਗੇ। ਔਰ ਉਹ ਕਾਲਜਸ ਹੋਣਗੇ ਖਾਸ ਤੌਰ ਤੇ ਉਹ ਜਿਨ੍ਹਾਂ ਦੇ ਵਿੱਚ ਵਰਕ ਪਰਮਿਟ ਔਰ ਵਿਦ ਲੋ ਫੀਸ, ਘੱਟ ਫੀਸਾਂ ਵਾਲੇ ਕਾਲਜਸ ਹੋਣਗੇ, ਉਹਨਾਂ ਬਾਰੇ ਚਰਚਾ ਕਰਾਂਗੇ ਜੀ। P3 ਤੋਂ ਮੇਰੇ ਨਾਲ ਰੇਖਾ ਜੀ ਨੇ, ਬਹੁਤ ਬਹੁਤ ਸਵਾਗਤ ਹੈ ਰੇਖਾ। ਸਤਿ ਸ਼੍ਰੀ ਅਕਾਲ ਸਰ ਜੀ। ਨਾਲ ਹੀ ਨੇ ਗਲੈਕਸੀ ਜੀ, ਜੋ ਕਿ ਵਿਸ਼ੇਸ਼ ਤੌਰ ਤੇ ਸਾਡੇ ਨਾਲ P3 ਤੋਂ ਹੀ ਜੁੜੇ ਨੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰੇਖਾ ਜੀ, ਪਹਿਲਾਂ ਮੈਂ ਤੁਹਾਡੇ ਵੱਲ ਆਉਂਗਾ। ਇਸ ਵਕਤ P3 ਜਿਹੜੀ ਹੈਗੀ ਹੈ, ਮੇਰੇ ਲਈ ਕੋਈ ਬਹੁਤੀ ਨਵੀਂ ਨਹੀਂ ਹੈ ਕੰਪਨੀ, ਪਰ ਦਰਸ਼ਕਾਂ ਲਈ ਸ਼ਾਇਦ ਤੁਸੀਂ ਪਹਿਲੇ ਵਾਰ ਸਾਡੇ ਮੰਚ ਤੇ ਰੂਬਰੂ ਹੋ ਰਹੇ ਹੋ। ਥੋੜਾ ਜਿਹਾ P3 ਬਾਰੇ ਕਿ P3 ਕੀ ਚੀਜ਼ ਹੈਗੀ, ਕਿਹੜੀ ਸਰਵਿਸ ਦੇ ਵਿੱਚ ਮਾਹਿਰ ਹੋ ਤੁਸੀਂ? ਸ਼ੋਰ ਸਰ। ਸੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਭ ਤੋਂ ਪਹਿਲਾਂ ਤੋਂ ਤੁਹਾਡਾ ਧੰਨਵਾਦ ਸਰ ਕਿ ਤੁਸੀਂ ਸਾਨੂੰ ਬੁਲਾਇਆ ਹੈਗਾ ਇਸ ਮੰਚ ਤੇ। ਸੋ P3 ਓਵਰਸੀਜ਼ ਐਜੂਕੇਸ਼ਨ ਕੰਸਲਟੈਂਟਸ ਹੈ ਸਾਡੀ ਕੰਪਨੀ ਦਾ ਨਾਮ, ਜੋ ਕਿ ਜ਼ੀਰਕਪੁਰ ਦੇ ਵਿੱਚ ਵੀ ਆਰ ਲੋਕੇਟਡ। ਸੋ P3 ਓਵਰਸੀਜ਼ ਬੇਸਿਕਲੀ ਕੰਮ ਕਰਦੀ ਹੈ ਸਟੱਡੀ ਵੀਜ਼ਾ ਦੇ ਲਈ ਜੀ। ਆਲ ਓਵਰ ਆਈ ਥਿੰਕ ਸਾਰੀ ਕੰਟਰੀਜ਼ ਦੇ ਵਿੱਚ ਆਪਾਂ ਡੀਲ ਕਰਦੇ ਹਾਂ, ਤੇ ਨਾਲ ਦੇ ਨਾਲ ਟੂਰਿਸਟ ਵੀਜ਼ਾ, ਸਟੱਡੀ ਵੀਜ਼ਾ ਐਂਡ PR ਦੀ भी इंफॉर्मेशन वी प्रोवाइड टू द क्लाइंट्स, और जो भी क्वेरीज होती हैं उनको हम ਰੇਖਾ ਜੀ, ਤੁਹਾਡੀ ਕੰਪਨੀ ਬਾਰੇ ਮੈਂ ਪੜ੍ਹਿਆ ਜਾਂ ਸੁਣਿਆ, ਜਿਹੜੀ ਆਪਾਂ ਗੱਲਾਂ ਕਰ ਰਹੇ ਸੀ ਉਹਦੇ ਵਿੱਚ ਇੱਕ ਚੀਜ਼ ਨਿਕਲ ਕੇ ਕਿ ਬਹੁਤ ਸਾਰਾ ਸਪੋਰਟਸਮੈਨ, ਬਹੁਤ ਸਾਰੇ ਐਗਰੀਕਲਚਰ ਵਾਲੇ ਲੋਕ, ਬਹੁਤ ਸਾਰੇ ਆਮ ਸਧਾਰਨ ਪਰਿਵਾਰ ਵੀਜ਼ਾ ਲਵਾ ਕੇ ਕੈਨੇਡਾ US ਤੁਹਾਡੀ ਕੰਪਨੀ ਤੋਂ ਬਹੁਤ ਜ਼ਿਆਦਾ ਗਏ ਨੇ। ਜੀ ਜੀ। ਸੋ ਕੀ ਵਜ੍ਹਾ ਹੈ ਕਿ ਵੀਜ਼ਾ ਸਕਸੈਸ ਰੇਟ ਇੰਨਾ ਵਧੀਆ ਰਿਹਾ? ਪ੍ਰੋਫਾਈਲ ਦੇਖ ਕੇ ਚੱਕਦੇ ਹੋ, ਕੀ ਕਾਰਨ ਹੈ ਕਿ सक्सेस रेट इतना गुड क्यों है? सर, इसका एक ही कारण है कि ऑफ कोर्स हम प्रोफाइल भी बच्चे का देखते हैं, लेकिन साथ के साथ जो इतने सालों की आई थिंक नॉलेज है। P3 एक न्यू कंपनी है, लेकिन जो यहाँ पे लोग काम कर रहे हैं उनके पास बहुत अच्छी नॉलेज है, काफ़ी सालों से वो इसी इंडस्ट्री में काम कर रहे हैं। सो जब भी हमने कोई प्रोफाइल लिया, बी इट ऑफ अ स्पोर्ट्स पर्सन और एग्रीकल्चर या नॉर्मल जो टूरिज़्म के लिए कैंडिडेट्स जाते हैं, तो प्रोफाइल के साथ साथ उनको जो हमारी गाइडेंस रहती है कि क्या डॉक्यूमेंट उन्होंने हमें प्रोवाइड करने हैं, सो दैट वी कैन गेट द वीज़ा। ऐसा नहीं कि बंदा सांस ले रहा है और जी आ जाओ वी कैन अप्लाई योर केस, ऐसा नहीं है। जब भी आप हमारे पास आएंगे हम आपको प्रॉपर गाइडेंस प्रोवाइड करेंगे कि अगर टूरिस्ट पे जाना है या विजिटर पे जाना है या अपने स्टडी वीज़ा पे जाना है, सो आपका एक प्रोफाइल चेक होता है। सबसे पहले जो जो कमियां आपके प्रोफाइल में होती हैं वो हम आपको बताते हैं कि ये आपको चीज़ें अपनी पूरी करनी होंगी, और उसके बाद ही हम आपका केस अप्लाई करते हैं। सो ऐसा नहीं है कि आप हमारे पास आ रहे हैं और हम कह रहे हैं कि बस आप आओ और अप्लाई करो। अगर 2 महीने का भी टाइम लगता है आपके प्रोफाइल को रेक्टिफाई करने के लिए, ठीक करने के लिए, एक अच्छी प्रेजेंटेशन देने के लिए एम्बेसी में, सो हम उतना वेट कैंडिडेट से करवाते हैं ਜੀ। ਗਲੈਕਸੀ ਜੀ, ਕੀ ਫਰਕ ਦੇਖਦੇ ਹੋ? ਪਹਿਲਾਂ ਦਾ ਮੇਰਾ ਜਿਹੜਾ ਸਵਾਲ ਸੀ, ਅੱਜ ਮੁੱਦਾ ਇਹ ਉਠਾਇਆ ਸੀ ਆਪਾਂ, ਕੀ ਕੈਨੇਡਾ US ਦਾ ਟੂਰਿਸਟ ਔਰ ਵਿਜ਼ਟਰ ਦੋਏ ਵੀਜ਼ੇ ਬੰਦ ਨੇ ਜਾਂ ਕੋਈ ਖੁੱਲ੍ਹਾ ਹੈ? ਉਸ ਸਵਾਲ ਨੂੰ ਡਿਸਕਸ ਕਰਨ ਤੋਂ ਪਹਿਲਾਂ ਇੰਨਾ ਪੁੱਛੂੰਗਾ ਕਿ ਇੱਕ ਆਮ ਸਧਾਰਨ ਵਿਅਕਤੀ ਲਈ ਟੂਰਿਸਟ ਔਰ ਵਿਜ਼ਟਰ ਵੀਜ਼ੇ 'ਚ ਕੀ ਫਰਕ ਹੈ? ਓਕੇ, ਸੋ ਬੇਸਿਕਲੀ ਟੂਰਿਸਟ ਹੁੰਦਾ ਟੂਰਿਜ਼ਮ, ਓਕੇ, ਕਿ ਆਪਾਂ ਘੁੰਮਣ ਫਿਰਨ ਜਾ ਰਹੇ ਹਾਂ ਕਿਤੇ, ਓਕੇ। ਐਂਡ ਵੇਅਰ ਐਜ਼ ਵਿਜ਼ਿਟਰ ਵੀਜ਼ਾ ਹੁੰਦਾ ਕਿ ਸਾਡੇ ਕੋਈ ਰਿਸ਼ਤੇਦਾਰ ਹੈਗੇ ਉੱਥੇ, ਤੇ ਆਪਾਂ ਉੱਥੇ ਸਪੈਸੀਫਿਕਲੀ ਉਹਨਾਂ ਨੂੰ ਮਿਲਣ ਜਾ ਰਹੇ ਜਾਂ ਫਿਰ ਕੋਈ ਪਰਪਸ ਆਫ ਵਿਜ਼ਿਟ ਹੈਗਾ ਸਾਡਾ। ਸੋ ਪਰਪਸ ਆਫ ਵਿਜ਼ਿਟ ਬੇਸਿਕਲੀ ਉੱਥੇ ਵੀ ਡਿਸਾਈਡ ਹੁੰਦਾ ਕਿ ਸਾਡੇ ਕੋਈ ਜਿਵੇਂ ਉੱਥੇ ਕੋਈ ਫੈਮਿਲੀ ਦਾ ਫੰਕਸ਼ਨ ਹੈਗਾ, ਜਾਂ ਫਿਰ ਕਿਸੇ ਰਿਲੇਟਿਵ ਦਾ ਕਨਵੋਕੇਸ਼ਨ ਹੈਗੀ ਹੈ, ਜਾਂ ਫਿਰ ਕੋਈ ਫੈਮਿਲੀ ਮੈਂਬਰ ਜਿਵੇਂ ਕੋਈ ਵੀ ਇਹ ਕਹਿ ਸਕਦੇ ਹਾਂ ਇਵੈਂਟ ਕਿਸੇ ਵੀ ਤਰ੍ਹਾਂ ਦਾ। इवेंट तो विजिटर एंड टूरिस्ट आर दोनों जेड़े हैगे आ बड़े सेपरेट हैगे, दोनों अलग अलग हैगे, लोग आम मिक्स कर देंगे। यस। अच्छा, थोड़ा जिहा दसोगे कि टूरिस्ट और विजिटर इस वक्त कोविड के दौरान जून च असीं बैठे हैगे आ, चलो महीने नूं 2 महीने नूं किहड़ा वीज़ा खुलदा किहड़ा नहीं खुलदा। हुण तुसीं कहा कि ईवेंट्स हुंदे ने या कोई एमरजेंसी हैगी है, कोई शादी का समागम है या किसी घरे मिसहैपनिंग हो गई है या किसी का जाना बहुत ਜ਼ਰੂਰੀ है, पति उधर है पत्नी इधर है, ਕਿਹੜੇ ਵੀਜ਼ੇ ਦੇ ਵਿੱਚ ਅੱਜ ਵੀਜ਼ਾ ਲੱਗ ਰਿਹਾ ਔਰ ਟਰੈਵਲ ਕਰ ਪਾ ਰਿਹਾ ਵਿਅਕਤੀ, ਔਰ ਕਿਹੜੇ ਵੀਜ਼ੇ ਬੰਦ ਨੇ? सो राइट नाउ इफ आई हैव टू से विजिटर वीज़ा
ਮਤਲਬ ਜਿਹੜੇ ਜਿਨ੍ਹਾਂ ਦੇ ਕੋਈ ਰਿਸ਼ਤੇਦਾਰ ਉੱਥੇ ਹੈਗੇ ਹੈ, ਠੀਕ ਹੈ, ਜਿਵੇਂ ਪੇਰੈਂਟਸ ਜਾਂ ਮਦਰ ਫਾਦਰ ਜਾਂ ਫਿਰ ਕੋਈ ਫੈਮਿਲੀ ਮੈਂਬਰ ਹੈਗੇ ਹੈ, ਤੇ ਦੇ ਰੀਅਲੀ ਵਾਂਟ ਟੂ ਮੀਟ, ਜਾਂ ਫਿਰ ਜਿਹੜੇ ਉਹ ਵਾਲੇ ਜਿਵੇਂ ਬੱਚੇ ਹੈਗੇ ਜਿਵੇਂ ਫਸ ਗਏ ਉੱਥੇ, ਠੀਕ ਹੈ, ਤੇ ਉਹ ਆਪਣੇ ਪੇਰੈਂਟਸ ਨੂੰ ਮਿਲਣਾ ਚਾਹੁੰਦੇ ਹੈ, ਤੇ ਉਹ ਸਿਰਫ ਜਾ ਸਕਦੇ ਨੇ ਹਾਲੇ ਰਾਈਟ ਨਾਓ ਬਿਕੋਜ਼ ਆਫ ਦੀ ਕੋਵਿਡ ਥਿੰਗ। ਟੂਰਿਜ਼ਮ ਇਜ਼ ਸਟਾਪਡ ਫॉर ਅ ਪੀਰੀਅਡ ਆਫ ਟਾਈਮ, ਠੀਕ ਹੈ। ਟੂਰਿਸਟ ਵੀਜ਼ਾ ਜਿਹੜਾ ਮੈਂ ਰਿਕਮੈਂਡ ਕਰਾਂਗੀ ਕਿ ਟੂਰਿਸਟ ਵੀਜ਼ਾ ਹਲੇ ਨਾ ਅਪਲਾਈ ਕਰੋ ਫॉर ਅਨਦਰ 2 or 3 months, ਠੀਕ ਹੈ, ਬਿਕੋਜ਼ ਫਲਾਈਟਾਂ ਵੀ ਚੱਲਦੀਆਂ ਪਈਆਂ। ਯੈਸ, ਹੁਣ ਸਵਾਲ ਇਹ ਵੀ ਆ ਜਾਂਦਾ ਨਾ ਗਲੈਕਸੀ ਜੀ, ਤੁਸੀਂ ਕਿਹਾ ਕਿ ਜਿਹੜੇ ਵਿਜ਼ਟਰਸ ਨੇ ਉਹ ਜਾ ਸਕਦੇ ਆ, ਜਿਹਦਾ ਤਾਂ ਵੀਜ਼ਾ ਲੱਗਿਆ ਹੈ, ਚਲੋ ਤਾਂ ਡਿਪੈਂਡਸ ਔਨ ਕੈਨੇਡਾ US ਦੀ ਪਾਲਿਸੀ ਹੈ, ਜਹਾਜ਼ ਮਿਲਦਾ, ਟਿਕਟ ਮਿਲਦੀ ਹੈ, ਲੈ ਕੇ ਜਾਂਦੇ ਨਹੀਂ ਲੈ ਕੇ ਜਾਂਦੇ ਸੈਪਰੇਟ ਇਸ਼ੂ ਹੈ। ਬਟ ਜਿਹਦੇ ਕੋਈ ਵੀਜ਼ਾ ਨਹੀਂ ਹੈ, ਹੁਣ ਰੀਸੈਂਟ ਉਹਨੇ ਅਪਲਾਈ ਕਰਨਾ ਹੈ, ਤੁਸੀਂ ਉਹਦਾ ਪ੍ਰੋਸੈਸ ਕਰ ਦੋਗੇ, ਸਾਰਾ ਕੁਝ ਹੋ ਜਾਊਗਾ, ਫਿਰ ਕਹਾਣੀ ਆ ਕਿ VFS ਤੇ ਖੜ ਜਾਂਦੀ ਹੈ, ਕਿਹੜੇ ਚੈਲੰਜਸ ਆਉਣਗੇ ਇਸ ਵਿੱਚ? ਬਿਲਕੁਲ ਸਰ, ਜਿਹੜਾ ਫਰਸਟ ਚੈਲੰਜ ਜਿਹੜਾ ਹੈਗਾ ਹਲੇ ਤਾਂ ਪਹਿਲਾਂ ਇਹੀ ਹੈਗਾ ਕਿ ਐਮਬੈਸੀਆਂ ਕਦੋਂ ਖੁੱਲਦੀਆਂ। ਸੋ ਐਮਬੈਸੀਆਂ, ਯੈਸ, ਐਮਬੈਸੀਜ਼ ਵੁੱਡ ਬੀ ਓਪਨਿੰਗ ਬਾਏ 9th of June, ਠੀਕ ਹੈ। ਇਹ ਸਾਡੇ ਕੋਲ ਹਲੇ ਤੱਕ ਮਤਲਬ ਫਰੈਸ਼ ਨਿਊਜ਼ ਹੈ। ਯੈਸ, ਇਹ ਪੋਸਟਪੋਨਡ ਵੀ ਹੋ ਸਕਦੀ ਹੈ, ਹਲੇ ਤੱਕ ਇਹਦਾ ਕੋਈ ਮਤਲਬ ਹਲੇ ਅੱਗੇ ਆਫੀਸ਼ੀਅਲ ਅਨਾਉਂਸਮੈਂਟ ਹਲੇ ਆਈ ਨਹੀਂ ਹੈਗੀ। ਸੈਕੰਡਲੀ, ਜਦੋਂ ਵੀਜ਼ਾ ਆਪਾਂ ਅਪਲਾਈ ਕਰਦੇ ਹਾਂ ਫॉर ਵਿਜ਼ਿਟਰ ਵੀਜ਼ਾ, ਵੀ ਆਰ ਐਕਸਪੈਕਟਿੰਗ ਵੀਜ਼ਾਸ ਇਨ ਅਨਦਰ 2 to 3 weeks, ਕਿ 2 ਤੋਂ 3 ਹਫ਼ਤੇ ਵਿੱਚ ਆ ਜਾਣਗੇ ਵੀਜ਼ਾ। ਬਟ ਉਹਦੇ ਲਈ ਉਹੀ ਹੈਗਾ ਕਿ SOP, ਸਾਡਾ ਪਰਪਸ ਆਫ ਵਿਜ਼ਿਟ ਬਹੁਤ ਸਟਰੋਂਗ ਹੋਣਾ ਚਾਹੀਦਾ ਹੈ ਕਿ ਆਪਾਂ ਉੱਥੇ ਜਾ ਕੇ ਵੀ ਆਰ ਦੇਅਰ, ਓਬਵੀਅਸਲੀ ਉੱਥੇ ਕੁਆਰੰਟਾਈਨ ਵੀ ਹੋਣਾ ਪਏਗਾ ਜਿਹੜੇ ਲੋਕੀ ਉੱਥੇ ਜਾ ਰਹੇ ਨੇ, ਠੀਕ ਹੈ, ਤੇ 14 ਦਿਨ ਲਈ ਕੁਆਰੰਟਾਈਨ ਵੀ ਹੋਣਾ ਹੈ, ਤੇ ਨਾਲੇ ਉੱਥੇ ਰਹਿਣਾ ਹੈ। ਤੇ ਮਤਲਬ ਤੁਸੀਂ ਐਕਸਪੈਕਟ ਕਰਕੇ ਚੱਲੋ ਕਿ ਤੁਸੀਂ 2 ਮਹੀਨੇ ਉੱਥੇ ਹੋ ਤਾਂ ਹੀ ਤੁਸੀਂ ਜਾ ਸਕਦੇ ਹੋ, ਅਦਰਵਾਈਜ਼ ਇਟਸ ਡਿਫਿਕਲਟ ਰਾਈਟ ਨਾਓ। ਰੇਖਾ ਜੀ, ਜਿਸ ਤਰ੍ਹਾਂ ਟੂਰਿਸਟ ਹੈ ਉਹਨੂੰ ਮਨਾ ਵੀ ਕੀਤਾ ਜਾਂਦਾ ਹੈ, ਜਾਂ ਸਪਾਂਸਰ ਨਹੀਂ ਉਹਦੇ ਕੋਲ, ਜਾਂ ਉਹਦੇ ਕੋਲ ਚੰਗੇ ਹੋਟਲ ਦੀ ਬੁਕਿੰਗ ਨਹੀਂ ਹੈ, ਜਦੋਂ ਆ ਜਾਂਦੇ ਅਸੀਂ ਵਿਜ਼ਟਰ ਵੱਲੋਂ ਤਾਂ ਕੋਈ ਨਾ ਕੋਈ ਰਿਲੇਟਿਵ ਉੱਥੇ ਹੋਣਾ, ਉਹਨਾਂ ਨੇ ਇਵੈਂਟ ਜਿਹੜਾ ਕਵਰ ਕਰਨ ਜਾਣਾ। ਪਰ ਪੰਜਾਬ 'ਚ ਦੇਖਿਆ ਗਿਆ ਕਿ ਬਹੁਤ ਸਾਰੇ ਏਜੰਟ ਫਾਈਲਾਂ ਇਕੱਠੀਆਂ ਕਰੀ ਜਾਂਦੇ ਨੇ, ਉਹਨੂੰ ਨਾਰਮਲ ਤਰੀਕੇ ਨਾਲ ਲਾ ਦਿੰਦੇ ਨੇ, ਔਰ ਰਿਫਿਊਜ਼ਲ ਆ ਜਾਂਦੀ ਹੈ ਜਦੋਂ ਕੋਈ ਉਹਦੇ ਜਾਣ ਦਾ ਵੈਲਿਡ ਰੀਜ਼ਨ ਹੁੰਦਾ ਕਿ ਮੈਂ ਇਸ ਫੰਕਸ਼ਨ 'ਚ ਜਾਣਾ ਹੈ, ਜਾਂ ਰਿਸ਼ਤੇਦਾਰ ਨੂੰ ਮਿਲਣਾ ਹੈ, ਜਾਂ ਕੋਈ ਬਿਮਾਰ ਹੈਗਾ, ਉਹਦਾ ਵੀ ਵੀਜ਼ਾ ਰਿਫਿਊਜ਼ ਕਰਾ ਦਿੰਦਾ ਪੰਜਾਬ ਦਾ ਟਰੈਵਲ ਏਜੰਟ ਜਿਹੜਾ ਹੈਗਾ। ਸੋ ਕੀ ਦੇਖਦੇ ਹੋ ਤੁਸੀਂ, ਵਿਜ਼ਟਰ ਵੀਜ਼ੇ ਦਾ ਸਕਸੈਸ ਕਿਵੇਂ ਲਿਆ ਜਾਵੇ? विजिटर वीज़ा का सक्सेस 101% टूरिस्ट वीज़ा से कहीं ज़्यादा है जी, इसमें कोई डाउट नहीं है। बट जैसे कि आपने कहा कि पंजाब के जितने भी ट्रैवल एजेंट्स हैं वो एक अच्छे खासे केस को भी रिफ्यूज़ करवा देते हैं जस्ट बिकॉज वो उनको प्रॉपर नॉलेज नहीं देते या उनके पास प्रॉपर नॉलेज होती नहीं है जी। एक कैंडिडेट जिसका अपना रिश्तेदार कनाडा में वेल सेटल्ड बैठा है और वो उनको स्पॉन्सर करने के लिए भी तैयार है, वो उनको भी जस्ट उनको एक लिक्विडेटिव कोई ऑफर दे देंगे कि जिसके कारण वो कहेंगे आपको स्पॉन्सरशिप लगाने की ज़रूरत नहीं है, आपको हम होटल बुकिंग पे भेजेंगे, क्योंकि होटल बुकिंग पे भी वो कैंडिडेट से पैसा लेने की कोशिश करते हैं। सो आई थिंक ये गलत इन्फॉर्मेशन जो है वो पास ऑन की जा रही है, क्योंकि मैंने देखा है, मैं पंजाब के कैंडिडेट्स के साथ काफ़ी समय से डील कर रही हूँ एंड काफ़ी भोले लोग भी आते हैं जिनको कुछ पता नहीं होता कि हमने कहाँ अप्लाई करना है, कौन सा वीज़ा हमारे लिए सही है। वो गांव से उठ के आते हैं लेकिन उनके रिलेटिव्स कनाडा में होते हैं, उनको स्पॉन्सर करने के लिए भी तैयार होते हैं, लेकिन जब वो शहरों में आते हैं तो कुछ ट्रैवल एजेंट्स या उनके पास जो आगे काउंसलर्स जिनको कि एक टारगेट दिया गया है कि ये आपका टारगेट है और आपको कंप्लीट करना है, वो अपने टारगेट के चक्कर में जो है एक वो फाइल बस आपसे ले लेते हैं। अब वो कितने में भी ले वो उनके ऊपर डिपेंड करता है, और इस केस में वो वीज़ा उनका रिफ्यूज़ करा देते हैं, क्योंकि काफ़ी मेरे पास भी ऐसे केसेस आए हैं जो कि ऑलरेडी रिफ्यूज़ होते हैं। और मैंने देखा है कि अगर मैं एक रीसेंट आपके साथ शेयर करूं केस, तो एक कैंडिडेट थी जिनके बेटा वहाँ पे पढ़ रहा था कनाडा में स्टडी वीज़ा पे। सो जिन भी कंसल्टेंट के थ्रू उन्होंने केस लगवाया, उन्होंने उनके फंड्स ही नहीं लगाए कि आपका बेटा वहाँ पे है, और फंड्स की ज़रूरत तो थी, सिर्फ 2 लाख रुपए लगाए, जबकि अगर मदर को भी अपने बेटे को विजिट करने के लिए जाना, मिनिमम 5 लाख इज़ द रिक्वायरमेंट जो आपको अपने अकाउंट में दिखाना पड़ेगा। सो उनका रिफ्यूज़ल लेटर जब हमने पढ़ा तो सामने नज़र आ रहा था कि फंड्स के कारण ये प्रॉब्लम आई है। सो वी एक्सप्लेन्ड इट नाइसली अगेन, और हमने उनकी फ़ाइल दोबारा पुट की, और 15 दिन के अंदर उनका पॉजिटिव रिजल्ट। ਜਿਹੜੀ ਤੁਸੀਂ ਰੇਖਾ ਜੀ ਗੱਲ ਕਰ ਰਹੇ ਹੋ, ਮੈਂ ਇਹਦੇ ਨਾਲ ਦਰਸ਼ਕਾਂ ਨੂੰ ਇੱਕ ਚੀਜ਼ ਹੋਰ ਗੱਲ ਕਹੂੰਗਾ, ਸਹਿਮਤ ਹਾਂ ਮੈਂ ਇਸ ਚੀਜ਼ ਦੇ ਨਾਲ ਕਿ ਪੰਜਾਬ 'ਚ ਕੀ ਹੁੰਦਾ ਹੈ, ਮੰਨ ਲਓ ਮੈਂ ਕੈਨੇਡਾ ਜਾਣਾ ਹੈਗਾ,
ਮੈਂ ਫਾਈਲ ਦਿੱਤੀ, ਮੈਨੂੰ ਕਹਿਣਗੇ ਜੀ 5 ਲੱਖ ਫੰਡ ਸ਼ੋ ਕਰ ਦਿਓ, ਜੀ। ਮੈਂ 10 ਦਿਨ ਭਰ ਰਿਹਾ ਫਾਈਲ 'ਚ, ਮੈਂ 10 ਦਿਨ ਕੈਨੇਡਾ ਜੀ, ਰਹਿਣਾ, ਜੀ। ਤੁਸੀਂ ਕਿਹਾ ਜੀ ਮੈਂ 2 ਮਹੀਨੇ ਰਹਿਣਾ ਹੈਗਾ, ਤੁਹਾਡੇ ਵੀ ਸੇਮ ਫੰਡ। ਜੀ, ਜੀ, ਸੋ ਇਹ ਬੜੀ ਗਲਤੀ ਪੰਜਾਬ ਦਾ ਟਰੈਵਲ ਏਜੰਟ ਕਰਦਾ। ਤੁਹਾਡੇ ਜਿਹੜੇ ਫੰਡ ਨੇ ਉਹ ਕੈਲਕੂਲੇਟ ਹੁੰਦੇ ਨੇ ਪਰ ਡੇ ਦੇ ਹਿਸਾਬ ਨਾਲ, ਬਿਲਕੁਲ, ਕਿੰਨਾ ਤੁਹਾਡਾ ਖਰਚਾ ਹੋਣਾ ਹੈਗਾ, ਕਿੰਨੇ ਫੈਮਿਲੀ ਮੈਂਬਰ ਹੈਗੇ ਹੋ ਤੁਸੀਂ, ਬਿਲਕੁਲ ਜੀ। ਕਿੱਥੇ ਘੁੰਮਣਾ ਫਿਰਨਾ ਹੈ, ਉਨਾ ਹੀ ਫੰਡ ਸ਼ੋ ਕਰੋਗੇ। ਇੱਕ ਬਹੁਤ ਵੱਡਾ ਕਾਰਨ ਹੈ ਜੀ ਪੰਜਾਬ ਦੇ ਵਿੱਚ, ਚਾਹੇ ਉਹ ਵਿਜ਼ਿਟਰ ਹੈ ਜਾਂ ਟੂਰਿਸਟ ਵੀਜ਼ਾ ਹੈਗਾ, ਉਹਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਪਰ ਫੰਡਾਂ ਨੂੰ ਲੈ ਕੇ ਰਿਫਿਊਜ਼ਲ ਜਿਹੜੀ ਹੈਗੀ ਹੈ ਪੰਜਾਬ 'ਚ ਦੇਖਣ ਨੂੰ ਮਿਲਦੀ ਹੈ। ਇਸ ਮਸਲੇ ਤੇ ਥੋੜੀ ਜਿਹੀ ਹੋਰ ਚਰਚਾ ਕਰਾਂਗੇ, ਉਸ ਤੋਂ ਬਾਅਦ ਪਹਿਲਾਂ ਮੈਂ ਆਉਂਗਾ ਜੀ। ਠੀਕ ਹੈ ਜੀ, ਜਿਸ ਤਰ੍ਹਾਂ ਅੱਜ ਪੰਜਾਬ ਦੇ ਵਿੱਚ ਹਰ ਬੱਚਾ ਕੈਨੇਡਾ ਜਾਣਾ ਚਾਹੁੰਦਾ ਹੈ, ਇਹ ਦੌਰਾਨ ਜਿਹੜੀ ਲੋਕਡਾਊਨ ਹੈਗਾ ਇਸ ਵਕਤ ਜੂਨ ਜੁਲਾਈ ਅਗਸਤ ਤੱਕ ਕੋਈ ਚਾਨਣ ਨਜ਼ਰ ਨਹੀਂ ਆ ਰਿਹਾ, ਜੀ, ਜੀ। ਪਰ ਮੈਨੂੰ ਲੱਗਦਾ ਬੱਚਿਆਂ ਲਈ ਇੱਕ ਬਹੁਤ ਵਧੀਆ ਚੀਜ਼ ਹੈਗੀ ਹੈ ਕਿ ਉਹ ਅਜਿਹੇ ਕਾਲਜਸ ਅਜਿਹੇ ਕੋਰਸ ਦੀ ਰਿਸਰਚ ਕਰਨ ਜਿਨ੍ਹਾਂ 'ਚ ਖਰਚਾ ਘੱਟ, PR ਜਲਦੀ ਹੋਵੇ। ਜੀ। ਸੋ ਤੁਹਾਡੀ ਪਾਲਿਸੀ ਜਿਹੜੀ ਹੈਗੀ ਉਹ ਕੀ ਕਹਿ ਰਹੀ ਹੈ ਇਸ ਵਕਤ, ਬੱਚੇ ਨੂੰ ਕੀ ਸਟੈਪ लेना चाहिए? देखिए सर, मैं तो यही कहूँगी कि जो तो बच्चे ऑलरेडी अभी जिनका वीज़ा लग चुका है मे इनटेक वाले, तो उनका तो आगे ऑनलाइन क्लासेस कुछ एक कॉलेजेस ने स्टार्ट कर दिया और कुछ एक कॉलेजेस अभी स्टार्ट करेंगे। जो हमारे सितंबर इनटेक वाले बच्चे हैं वो ज़्यादातर डेफरमेंट हो सकती है जनवरी इनटेक के लिए, वो भी डिपेंड करता है पर्टिकुलर कॉलेज यूनिवर्सिटी पे। लेकिन हाँ, बच्चों का क्वेश्चन ये आ रहा है कि उनकी फ़ाइल कब सबमिट होगी, सितंबर इनटेक की। सो मैं ये बताना चाहूँगी कि फ़ाइल हम सबमिट कर सकते हैं, फ़ाइल सबमिट करने में हमें कोई प्रॉब्लम नहीं है, बिकॉज फ़ाइल आपकी क्यू में लग जाएगी। बट जैसे ही आपके फिंगरप्रिंट स्टार्ट होंगे, असली रिजल्ट आपका तभी आएगा। और ये तो रही सितंबर इनटेक के बच्चों की बात। और जो बच्चे अभी +2 का जिनका लास्ट एग्ज़ाम होना है और +2 के रिज़ल्ट उनके आ जाएंगे जुलाई में या अगस्त में, सो वो बच्चे आजकल बिल्कुल फ्री हैं क्योंकि उनके सारे एग्ज़ाम्स हो चुके हैं, 1 या 2 एग्ज़ाम उनका पड़ा है। तो मेरे हिसाब से हर एक चीज़ ऑनलाइन यूट्यूब पे अवेलेबल है। आइल्स इंस्टीट्यूट ओपन नहीं है, लेकिन जो बच्चा इतना डेडिकेटेड है दैट आई वांट टू स्टडी इन कनाडा, आई थिंक आपको टाइम वेस्ट नहीं करना चाहिए। ऑनलाइन जो आपके कोई आइल्स आपको अगर प्रिपरेशन करवा रहा है या आप खुद का जो है उस पर मटेरियल चेक कर सकते हैं। एंड आई थिंक आपको इंग्लिश की तैयारी ज़रूर करनी चाहिए, क्योंकि कनाडा में मैंने एक बहुत बड़ी चीज़ ये देखी है कि अगर आपकी इंग्लिश अच्छी नहीं है या आपके आइल्स में स्कोर अच्छा नहीं है, 70% वाला बच्चा भी वो रिफ्यूज़ कर देते हैं, जो कि हमने हमने ये चीज़ देखी है। सो आई थिंक मैं सभी बच्चों को ये कहूँगी कि आप अपनी इंग्लिश की प्रिपरेशन अभी स्टार्ट कर दें बिना कुछ सोचे, और जैसे ही आइल्स की चीज़ें ओपन होती हैं, आपके एग्ज़ाम स्टार्ट होने होते हैं, तो तब तक आपका जो है वो प्रिपरेशन काफ़ी अच्छे लेवल तक पहुंच जाएगी और आप इजीली अपना एग्ज़ाम दे सकते हैं। साथ के साथ जैसे कि सर ने भी कहा कि आप किस कॉलेज में जाना चाहते हैं या किस यूनिवर्सिटी में आप जाना चाहते हैं, कौन सा कोर्स आप लेना चाहते हैं। ऑफ कोर्स आप एक तरह से कंसल्टेंट हमारे ऊपर डिपेंड करते हैं इस चीज़ के लिए, लेकिन क्यों ना आप अपनी नॉलेज को एनहांस करें और थोड़ा सा अपना टाइम आई थिंक नेटफ्लिक्स पे ज़्यादा ना दें और यूट्यूब या जो गूगल है उसके ऊपर सर्च करें कि कौन कौन से कॉलेजेस यूनिवर्सिटीज़ हैं जिसमें आप जा सकते हैं। क्योंकि लोगों के दिमाग में ये रहता है कि कनाडा की जो साल की फ़ीस है वो 12 लाख है, 13 लाख है, लेकिन देर आर सो मेनी कॉलेजेस जो आपको साल की फ़ीस 5 लाख, 6 लाख, 7 लाख के अंदर अंदर आपकी हो जाती है। सो P3 ओवरसीज़ के पास कुछ कॉलेजेस हैं जो कि इस फ़ीस के अंडर आते हैं, और उसमें वो जो कॉलेजेस हैं DLI अप्रूव्ड है, प्लस बच्चों को वर्क परमिट भी बाद में मिलेगा। सो वी विल ऑल्सो गिव यू दिस ऑप्शन, बट मैं बच्चों को ज़रूर ये कहूँगी कि अपना टाइम आप प्लीज़ वेस्ट ना करें, और जैसे ही आपका +2 का रिज़ल्ट आए फटाफट आप आइल्स का भी एग्ज़ाम दे सकते हैं। वी कैन गेट यू एडमिट फॉर जनवरी इनटेक। साथ में एक और अपडेट मैं आपको देना चाहूँगी सर कि इवन इफ अगर बच्चे का +2 का रिज़ल्ट आ जाता है, आइल्स उसने नहीं की, दे कैन स्टिल अप्लाई फॉर द एडमिशन विदाउट आइल्स। यस, उनका जो है एडमिशन कॉलेज में हो जाएगा, यूनिवर्सिटी में हो जाएगा, बिकॉज आइल्स बेसिकली इज़ द रिक्वायरमेंट ऑफ एम्बेसी। दिस इज़ द क्राइटेरिया ऑफ एम्बेसी टू गेट यू द वीज़ा। सो अगर आपका आइल्स नहीं भी होता, कोई प्रॉब्लम के कारण आगे अभी नहीं हो पाते एग्ज़ाम्स, आपका रिजल्ट आ जाता है +2 का, यू कैन कम टू अस, वी कैन गेट यू एडमिट इन योर कॉलेज जिसमें भी आप जाना चाहते हैं, एंड बाद में आप आइल्स का एग्ज़ाम दे सकते हैं। बट ये है कि आपकी सीट बुक हो जाएगी, क्योंकि रश बहुत आने वाला है, ਵੀਜ਼ਾਸ ਬਹੁਤ ਆने वाले हैं और बहुत अच्छा टाइम आने वाला है बच्चों के लिए। ਦੇਖਾ ਜੀ, ਬਹੁਤ ਸਾਰਾ ਪੰਜਾਬ ਦੇ ਵਿੱਚ ਜਿਹੜਾ ਸਟੂਡੈਂਟ ਐਸੇ ਗੱਲੋਂ ਕਨਫਿਊਜ਼ ਹੁੰਦਾ ਹੈ ਕਿ ਮੈਂ, ਕਿਉਂਕਿ ਪੰਜਾਬ 'ਚ ਇੱਕ ਪ੍ਰਵਿਰਤੀ ਚੱਲੀ ਹੈ ਜੀ, ਤੁਸੀਂ ਸਾਡੇ ਤੋਂ ਵੀਜ਼ਾ ਲਵਾ ਲਓ, ਸਾਰੇ ਪੈਸੇ ਬਾਅਦ 'ਚ ਦੇ ਦਿਓ।
ਜੀ ਜਾਂ ਹੋ ਜਾਂਦਾ ਹੈ ਕਿ ਜੀ ਸਾਨੂੰ ਤੁਸੀਂ ਇਨਰੋਲਮੈਂਟ ਫੀਸ ਦਿਓ 50,000 ਲੱਖ ਰੁਪਇਆ, ਜੀ ਵੀਜ਼ਾ ਤੁਹਾਡਾ ਅਸੀਂ ਲਵਾ ਦਾਂਗੇ। ਜੀ ਜਦੋਂ ਮੈਂ ਫੀਸ ਦੀ ਗੱਲ ਕਰਾਂ, ਇਸ ਵਕਤ ਲੋਕਡਾਊਨ ਕਰਕੇ ਕਹਿ ਲਓ ਜਾਂ ਵੈਸੇ ਕਹਿ ਲਓ ਕਿ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਕਿ ਕਿਸੇ ਨੂੰ ਪੈਸਾ ਦੇਣਾ ਬਹੁਤ ਔਖਾ ਲੱਗਦਾ ਜੀ, ਹੈ। ਜੀ, ਸੋ ਤੁਹਾਡੀ ਕੰਪਨੀ ਦੀ ਪਾਲਿਸੀ ਕੀ ਰਹੂਗੀ ਸਟੱਡੀ ਨੂੰ ਲੈ ਕੇ ਖਾਸ ਕਰ? बिल्कुल। सो मैं अपने सारे जितने भी दर्शक इस शो को देख रहे हैं, मैं इस शो के माध्यम से सभी को ये बताना चाहती हूँ कि P3 ओवरसीज़ आपसे कोई भी कंसल्टेंसी फ़ीस बिफोर वीज़ा नहीं लेगा। हमारे जो चार्जेस होंगे हम आपसे लेंगे आफ्टर वीज़ा। उससे पहले जो गवर्नमेंट फीसेज हैं, जैसे कि कॉलेज की रजिस्ट्रेशन फ़ीस हो गई, एम्बेसी फ़ीस हो गई, ट्यूशन फ़ीस हो गई, GIC हो गया, या आपके फिंगरप्रिंट्स की फ़ीस होगी, आपने सिर्फ वो फ़ीस देनी है। P3 ओवरसीज़ विल गिव यू फ्री ऑफ कॉस्ट सर्विस आपके वीज़ा लगने तक, एंड वीज़ा के बाद जो हमारी प्रोफेशनल फ़ीस है वो हम आपसे तब चार्ज करेंगे। और जो लोग कहते हैं कि हम 15 लाख में करेंगे या 50-50 हज़ार ले रहे हैं, सो आई डोंट थिंक कि अभी वो ऑप्शन आपको ऑप्ट करना चाहिए। ਜੀ ਗਲੈਕਸੀ ਜੀ, ਜਿਸ ਤਰ੍ਹਾਂ ਸਟੱਡੀ ਵੀਜ਼ਾ 'ਚ ਤੁਸੀਂ ਸਾਰੇ ਪੈਸੇ ਬਾਅਦ 'ਚ ਲੈਂਦੇ ਹੋ, ਹਾਂਜੀ। ਵਿਜ਼ਟਰ ਜਾਂ ਟੂਰਿਸਟ, ਹੁਣ ਚਲੋ 10 ਜੂਨ ਨੂੰ ਜਾਂ 9 ਨੂੰ ਐਮਬੈਸੀਆਂ ਖੁੱਲ੍ਹਦੀਆਂ, VFS ਖੁੱਲ੍ਹਦਾ, ਕੀ ਅਪਡੇਟ ਆਉਂਦੀ ਉਹਦੇ ਬਾਰੇ ਚਰਚਾ ਕਰਾਂਗੇ। ਉਸ ਤੋਂ ਪਹਿਲਾਂ ਜੇ ਅੱਜ ਤੁਹਾਡੇ ਕੋਲ ਕੋਈ ਰਜਿਸਟਰਡ ਹੁੰਦਾ, ਚਲੋ ਜੀ ਮਹੀਨੇ ਨੂੰ ਖੋਲ੍ਹ ਦਿਓ ਮੇਰਾ, ਫਾਈਲ ਜਿਹੜੀ ਖੋਲ੍ਹ ਦੇਣਾ, ਤੁਸੀਂ ਲਾ ਦੇਣਾ, ਉਹਦਾ ਕੀ ਪ੍ਰੋਸੀਜਰ ਹੈਗਾ? ਜੇ ਵਿਜ਼ਟਰ ਕੋਈ ਜਾਣਾ ਚਾਹੁੰਦਾ, ਵਾਕਈ ਜੈਨੂਨ ਜਾਣਾ ਚਾਹੁੰਦਾ ਹੈਗਾ, ਤਾਂ ਉਹਦੇ ਕੋਲ ਲੌਜਿਕ ਹੈਗੇ ਆ, ਉਹਦੇ ਕੋਲ ਤਰਕ ਹੈਗੀ ਹੈ ਦੇਣ ਨੂੰ ਐਮਬੈਸੀ ਨੂੰ ਕਿ ਮੇਰੇ ਕੋਲ ਆਹ ਕਾਰਨ ਹੈ ਜੀ, ਮੈਨੂੰ ਜਾਣਾ ਪਏਗਾ 2 ਮਹੀਨੇ ਬਾਅਦ, ਹੈ ਨਾ। ਸਾਰੀਆਂ ਐਮਬੈਸੀਜ਼ ਖੁੱਲ੍ਹ ਜਾਂਦੀਆਂ, ਪ੍ਰੋਸੈਸ ਉਹਦਾ ਫੋਲੋ ਹੋ ਜਾਂਦਾ ਹੈ। ਫਾਈਨਾਂਸ ਨੂੰ ਲੈ ਕੇ ਕੀ ਰਹਿੰਦਾ ਤੁਹਾਡਾ? ਓਕੇ, ਸੋ ਫਾਈਨੈਂਸ਼ੀਅਲਸ ਮੈਟਰ ਕਰਦੇ ਨੇ, ਬਹੁਤ ਜ਼ਿਆਦਾ ਮੈਟਰ ਕਰਦੇ ਨੇ। ਸੋ ਆਪਾਂ ਮਤਲਬ ਇਹ ਰਿਕੁਐਸਟ ਕਰਦੇ ਹਾਂ ਕਿ ਜੇ ਤੁਹਾਡੇ ਕੋਲ FDs ਹੈਗੀਆਂ, ਮਤਲਬ ਪੁਰਾਣੀ 2 ਜਾਂ 3 ਮਹੀਨੇ ਪੁਰਾਣਾ ਪੈਸਾ ਹੋਣਾ ਚਾਹੀਦਾ ਤੁਹਾਡੇ ਅਕਾਊਂਟ ਵਿੱਚ, ਐਂਡ ਦਾ ਅਕਾਊਂਟ ਕਿੰਨੇ ਹੋਣੇ ਚਾਹੀਦੇ ਹੈ, ਠੀਕ ਹੈ। ਤੇ ਮੈਟਰ ਕਰਦੇ ਹੈ ਕਿ ਕਿੰਨੇ ਲੋਕੀ ਜਾ ਰਹੇ ਆ। ਜੇ ਇੱਕ ਬੰਦਾ ਜਾ ਰਿਹਾ ਤਾਂ ਐਟਲੀਸਟ 5 ਜਾਂ 6 ਲੱਖ ਰੁਪਇਆ ਤਾਂ ਹੋਣਾ ਹੀ ਚਾਹੀਦਾ। ਵਿਜ਼ਿਟਰ ਵੀਜ਼ਾ ਲਈ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਉੱਥੋਂ ਸਪੋਂਸਰਸ਼ਿਪ ਆ ਰਹੀ ਹੈ, ਠੀਕ ਹੈ। ਜੇ 2 ਜਣੇ ਜਾ ਰਹੇ, ਐਟਲੀਸਟ ਮਿਨੀਮਮ 10 ਲੱਖ ਰੁਪੀਸ ਤਾਂ ਹੋਏ ਅਕਾਊਂਟ ਵਿੱਚ, ਠੀਕ ਹੈ। 10 ਲੱਖ ਰੁਪਏ ਅਕਾਊਂਟ ਵਿੱਚ ਹੋਏ, FDਆਂ ਹੋਏ, ਤੁਹਾਡੇ ਸਾਰੇ ਪ੍ਰੂਫ ਆਫ ਫੰਡਸ ਕਿ ਓਕੇ ਕਿ ਮੇਰੇ ਬੈਂਕ ਵਿੱਚ ਮਹੀਨੇ ਤੋਂ ਮਹੀਨੇ ਸੈਲਰੀ ਆ ਰਹੀ ਹੈ, ਐਵਰੀਥਿੰਗ, ਮਤਲਬ ਇੱਕ 6 ਮਹੀਨੇ ਦੀ ਸਟੇਟਮੈਂਟ ਜਿਹੜੀ ਹੁੰਦੀ ਹੈ ਨਾ, ਉਹ ਲੱਗਦੀ ਹੈ ਨਾ। ਜਿਹੜੇ ਲੋਕੀ ਕਹਿੰਦੇ ਆ ਕਿ ਨਹੀਂ ਸਿਰਫ ਸਪੋਂਸਰਸ਼ਿਪ ਹੀ ਲੱਗ ਜਾਂਦੀ ਹੈ ਤੇ ਫੰਡਸ ਨਹੀਂ ਲੱਗਦੇ, ਆਈ ਐਮ ਸੌਰੀ, ਇੱਦਾਂ ਨਹੀਂ ਹੁੰਦਾ। ਜੇ ਉੱਥੋਂ ਵੀ ਤੁਹਾਨੂੰ ਸਪੋਂਸਰਸ਼ਿਪ ਆ ਰਹੀ ਹੈ, ਫਿਰ ਵੀ ਗਵਰਨਮੈਂਟ ਐਮਬੈਸੀ ਤੁਹਾਡਾ ਇੱਥੇ ਦਾ ਸਟੇਟਸ ਦੇਖਦੀ ਹੈ ਕਿ ਤੁਸੀਂ ਇੱਥੇ ਕਰਦੇ ਕੀ ਹੋ, ਮੇਨ ਉਹ ਰੀਜ਼ਨ ਹੈ। ਤੇ ਜੇ ਐਂਡ ਸੈਕੰਡਲੀ ਤੁਹਾਡਾ ਪਰਪਸ ਆਫ ਵਿਜ਼ਿਟ ਸਿਰਫ ਉੱਥੇ 2 ਮਹੀਨੇ ਜਾਣ ਦਾ ਹੈਗਾ, ਤੇ ਵਾਪਸ ਵੀ ਤਾਂ ਤੁਸੀਂ ਆਉਣਾ, ਤੇ ਖਰਚੇ ਕਿੱਥੋਂ ਦਿਖਾ ਰਹੇ ਹੋ ਤੁਸੀਂ, ਤੇ ਇਹ ਸਾਰੀਆਂ ਚੀਜ਼ਾਂ ਬਹੁਤ ਮੈਟਰ ਕਰਦੀਆਂ ਨੇ ਉਸ ਟਾਈਮ। ਜਿਸ ਤਰ੍ਹਾਂ ਸਟੱਡੀ 'ਚ ਤੁਸੀਂ ਸਾਰੀ ਪ੍ਰੋਸੈਸਿੰਗ ਫੀਸ ਬਾਅਦ 'ਚ ਲੈਣੀ ਹੈ, ਤਾਂ ਜਿਸ ਨੇ ਵਿਜ਼ਟਰ ਤੌਰ ਤੇ ਹੁਣ ਜਾਣਾ ਹੈ, ਟੂਰਿਸਟ ਵਾਲੇ ਨਹੀਂ ਜਾ ਪਾਏਗਾ, ਤਾਂ ਉਹ ਤੋਂ ਕਿਵੇਂ ਚਾਰਜ ਕਰ ਦਿਓ ਤੁਸੀਂ? ਸੋ ਵਿਜ਼ਿਟਰ ਵੀਜ਼ਾ ਲਈ ਵੀ ਸਾਡੇ ਇਹੀ ਹੈਗੀ ਹੈ, ਆਪਾਂ ਫਾਈਲ ਤੁਹਾਡੀ ਲਗਾਵਾਂਗੇ, ਤੁਹਾਡੇ ਬਾਇਓਮੈਟ੍ਰਿਕਸ ਜਿਵੇਂ ਪਿਕ ਕਰਦੇ ਆ, ਆਪਾਂ ਸਾਰਾ ਕੁਝ ਕਰਦੇ। ਜਦੋਂ ਤੁਹਾਡਾ ਵੀਜ਼ਾ ਆ ਗਿਆ ਉਸ ਦਿਨ ਆਪਾਂ ਤੁਹਾਡੇ ਤੋਂ ਪੈਸੇ ਲਵਾਂਗੇ, ਦੈਟਸ ਇਟ, ਠੀਕ ਹੈ। ਬਿਕੋਜ਼ ਓਬਵੀਅਸਲੀ ਇਸ ਪੈਂਡੇਮਿਕ ਵਿੱਚ ਸਾਨੂੰ ਵੀ ਪਤਾ ਹੈ ਕਿ ਸਾਰੇ ਕਿਸ ਦੌਰ ਤੋਂ ਗੁਜ਼ਰ ਰਹੇ ਨੇ, ਠੀਕ ਹੈ। ਤੇ ਆਪਾਂ ਨਹੀਂ ਮਤਲਬ ਅਸੀਂ ਨਹੀਂ ਚਾਹੁੰਦੇ ਕਿ ਅਸੀਂ P3 ਓਵਰਸੀਜ਼ ਇਸ ਪੈਂਡੇਮਿਕ ਦਾ ਗਲਤ ਫਾਇਦਾ ਉਠਾਇਆ ਜਾਏ। ਤੇ ਸਾਰਿਆਂ ਨੇ ਪੈਸੇ ਜਿਹੜੇ ਹੈਗੇ, ਮਨੀ ਜਿਹੜੀ ਹੈਗੀ, ਬੜੇ ਮਿਹਨਤ ਨਾਲ ਕਮਾਇਆ ਹੋਇਆ ਪੈਸਾ ਹੈਗਾ ਸਾਰਿਆਂ ਦਾ, ਤੇ ਉਹ ਮਤਲਬ ਹੁਣ ਗੋਡ ਨੋਜ਼ ਵੇਸਟ ਨਹੀਂ ਕਰਨਾ ਚਾਹੀਦਾ, ਕਿਸੇ ਨੂੰ ਜਾਈ ਨਹੀਂ ਦੇਣਾ ਚਾਹੀਦਾ। ਬਿਲਕੁਲ। ਤੇ ਹੁਣ ਗੋਡ ਨੋਜ਼ ਕਿ ਮਤਲਬ ਕਿਹੜਾ ਬੰਦਾ ਕਿਸ ਵਿਜ਼ਿਟ ਲਈ ਜਾ ਰਿਹਾ ਹੈ। ਓਬਵੀਅਸਲੀ ਆਪਾਂ ਤਾਂ ਬਿਮਾਰ ਵੀ ਹੋ ਸਕਦੇ ਆ ਲੋਕੀ, ਤੇ ਜਿਹੜਾ ਪੈਸਾ ਹੁਣ ਸੇਵ ਹੈਗਾ ਲੋਕਾਂ ਕੋਲ ਉਹ ਸਹੀ ਜਗ੍ਹਾ ਹੀ ਲੱਗੇ, ਵੇਸਟ ਨਾ ਹੋਏ। ਆਪਾਂ ਬਸ ਇਹੀ ਮਤਲਬ ਵੀ ਆਰ ਪ੍ਰੇਇੰਗ ਆਲਸੋ ਕਿ ਇਹ ਪੈਂਡੇਮਿਕ ਜਲਦੀ ਛੇਤੀ ਖਤਮ ਹੋਏ ਤੇ ਲੋਕੀ ਨਾਰਮਲੀ ਟਰੈਵਲ ਵੀ ਕਰ ਸਕਣ, ਠੀਕ ਹੈ। ਬਿਕੋਜ਼ ਓਬਵੀਅਸਲੀ ਜਿਵੇਂ ਟੂਰਿਜ਼ਮ ਨੂੰ ਇੰਨਾ ਇਫੈਕਟ ਪੈ ਰਿਹਾ ਹੈ, ਸਾਰਿਆਂ ਨੂੰ ਪੈ ਰਿਹਾ ਹੈ, ਠੀਕ ਹੈ। ਸੋ ਲੈਟਸ ਹੋਪ ਫॉर द ਬੈਟਰ ਡੇਜ਼। ਐਂਡ ਮੈਂ ਇਹ ਕਹਿ ਸਕਦੀ ਰੇਖਾ ਜੀ, ਚਲਦੇ ਕਿਸ ਇਨਟੇਕ ਲਈ ਅਰਜ਼ੀਆਂ ਲਈਆਂ ਜਾਣਗੀਆਂ? ਹੁਣ ਜੇ ਕਿਸੇ ਨੇ ਕੈਨੇਡਾ ਜਾਣਾ ਹੈਗਾ, ਤੁਸੀਂ ਦੱਸਤਾ ਕਿ ਰਿਸਰਚ ਕਰੋ, ਤੁਹਾਡੇ ਕੋਲ ਕਾਲਜਸ ਨੇ ਜਿਹੜੇ 5 ਤੋਂ 7 ਲੱਖ ਰੁਪਏ ਫੀਸ ਵਾਲੇ ਵੀ ਨੇ, 3 ਤੋਂ 3.5 ਲੱਖ ਫੀਸ ਵਾਲੇ ਵੀ ਨੇ, ਸਾਰੀਆਂ ਗੱਲਾਂ ਹੋ ਗਈਆਂ, DLI ਵਰਕ ਪਰਮਿਟ ਦੀ ਹੋ ਗਈ ਹੈ, ਬਟ ਹੁਣ ਹੈ ਕੀ सितंबर इनटेक होना नहीं? आई थिंक नो, सितंबर तो नहीं होगा, अभी तो जनवरी इनटेक इज़ द मेन। एंड जनवरी इनटेक के लिए भी मैं ये कहना चाहूँगी कि आप वेट ना करें। आप सोचोगे कि हम वेट कर लेते हैं, 10 दिन और देख लेते हैं, 15 दिन देख लेते हैं, जून का महीना देख लेते हैं,
वो आप तो देखते रहेंगे पर सीट फिल होती रहेंगी। सो मेरे हिसाब से जो बच्चे इस टाइम जनरल इनटेक के लिए रेडी हैं, जाना चाह रहे हैं, जैसे कि 2019 के पास आउट कितने होंगे जिन्होंने अभी तक सितंबर में एडमिशन नहीं लिया या वो मई में नहीं जा पाए। सो जनरल इनटेक उनके लिए अभी भी ओपन है, सो दे शुड अप्लाई। हाँ, जो नए बच्चे हैं जो अभी 2020 में पास आउट करेंगे वो बाद में एडमिशन लेंगे, लेकिन जो अभी पुराने बच्चे हैं जिनका अभी भी रहता है कि उन्होंने अभी तक एडमिशन नहीं लिया है वो इमिजिएटली अप्लाई कर सकते हैं। अदरवाइज इसमें ऑब्वियसली रश बढ़ने के चांसेस बिल्कुल हैं। और मैं एक चीज़ और दर्शकों को बताना चाहूँगी कि लोग बहुत डरे हुए हैं, सहमे हुए हैं कोविड-19 से कि पता नहीं क्या होगा, बट आई थिंक मुझे यही लगता है कि प्रॉब्लम्स आती हैं, स्टक होते हैं कुछ एक टाइम के लिए, बट शो मस्ट गो ऑन, चलता रहना चाहिए। हमें वैसे भी लॉकडाउन अब एक तरह से ओपन ही हो गया है, सारे लोग अपने काम पे धीरे धीरे वापस आ रहे हैं। सो सेम विद द इमिग्रेशन इंडस्ट्री, आई थिंक हम लोग भी हमने भी अपना माइंड ये सेट कर लिया है कि अब जो है हमें एप्लीकेशंस लेनी चाहिए और टाइमली उनको प्रोसेस करना चाहिए, सो दैट हम बाद में वो डिले ना हो, कि ये ना हो कि हमारा टाइम वेस्ट हो जाए ये सोचते हुए कि इसका असर इमिग्रेशन इंडस्ट्री पे काफ़ी ज़्यादा पड़ा है। एंड मोर ओवर गाइडलाइंस भी आ गई कि 1 जुलाई से कनाडा की भी फ्लाइट्स स्टार्ट हो जाएंगी। सो आई थिंक चीज़ें बहुत जल्दी सॉर्ट आउट होने वाली हैं, आप ज़्यादा टाइम वेस्ट ਨਾ करें। ਜੀ ਰੇਖਾ ਜੀ, ਬਹੁਤ ਸ਼ੁਕਰੀਆ ਸਟੂਡੀਓ ਦੇ ਵਿੱਚ ਆਉਣ ਲਈ ਤੁਹਾਡਾ ਵੀ। ਗਲੈਕਸੀ ਜੀ ਬਹੁਤ ਬਹੁਤ ਧੰਨਵਾਦ। ਅੱਜ ਦਾ ਮੁੱਦਾ ਇਹੀ ਸੀਗਾ ਕਿ ਇਸ ਕੰਪਨੀ ਨੇ ਕਾਫੀ ਵੀਜ਼ਾ ਟੂਰਿਸਟ ਔਰ ਵਿਜ਼ਟਰ ਲਏ। ਕੀ ਕਾਰਨ ਹੈ ਕਿ ਵੀਜ਼ਾ ਰਿਫਿਊਜ਼ ਹੋ ਜਾਂਦਾ? ਚੰਗੇ ਭਲੇ ਵਿਅਕਤੀ ਨੇ ਆਪਣਾ ਵਿਜ਼ਿਟ ਕਰਨਾ ਹੁੰਦਾ ਹੈ ਕੈਨੇਡਾ ਜਾਂ USA ਦੇ ਵਿੱਚ, ਕਿਸੇ ਨੂੰ ਮਿਲਣ ਜਾਣਾ, ਉਹਦਾ ਰਿਫਿਊਜ਼ ਹੋ ਜਾਂਦਾ। ਇੱਕੋ ਹੀ ਕਾਰਨ ਨਿਕਲ ਕੇ ਆਇਆ ਕਿ ਹਰ ਵਿਅਕਤੀ, ਚਾਹੇ ਉਹਨੇ 10 ਦਿਨ ਲਈ ਰਹਿਣਾ ਹੈ, 10 ਮਹੀਨੇ ਲਈ ਰਹਿਣਾ ਹੈ, 6 ਮਹੀਨੇ ਲਈ ਰਹਿਣਾ ਹੈ, 3 ਦਿਨ ਲਈ ਰਹਿਣਾ ਹੈ, ਉਹਦੇ ਫੰਡ ਇੱਕੋ ਤਰੀਕੇ ਨਾਲ ਕੈਲਕੂਲੇਟ ਕੀਤੇ ਜਾਂਦੇ ਨੇ। ਸੋ ਇਹ ਕੰਪਨੀ ਦਾ ਸਕਸੈਸ ਰੇਟ ਦਾ ਕਾਰਨ ਹੈ ਕਿ ਬੜੇ ਤਰੀਕੇ ਨਾਲ ਫਾਈਲ ਆਈ ਜਾਂਦੀ ਹੈ। ਦੂਸਰਾ ਹੈਗਾ, ਤੁਸੀਂ ਸੈਪਟੈਂਬਰ ਇਨਟੇਕ ਤੋਂ ਬਾਅਦ ਜਨਵਰੀ ਲਈ DLI ਵਿਦ ਵਰਕ ਪਰਮਿਟ ਕਾਲਜ ਵਾਲੀ ਜੇ ਕੋਈ ਆਪਸ਼ਨ ਦੇਖ ਰਹੇ ਹੋ ਤਾਂ ਇਹਨਾਂ ਨਾਲ ਸੰਪਰਕ ਜ਼ਰੂਰ ਕਰੋ, ਕਿਉਂਕਿ 3.5 ਤੋਂ ਲੈ ਕੇ 5, 6, 7 ਲੱਖ ਸਾਲ ਦੀ ਫੀਸ ਵਾਲੇ ਜਿਹੜੇ ਕਾਲਜਾਂ ਦੀ ਆਪਸ਼ਨ ਹੈਗੀ ਆ, ਔਰ ਸਾਰੀ ਦੀ ਸਾਰੀ ਜਿਹੜੀ ਫੀਸ ਆ ਉਹ ਬਾਅਦ ਦੇ ਵਿੱਚ ਇਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਪੈਸਾ ਚਾਰਜ ਨਹੀਂ ਕੀਤਾ ਜਾਊਗਾ। ਇਹੀ ਸਾਡਾ ਮਕਸਦ ਸੀ ਕਿ ਸੁਨੇਹਾ ਸਾਡੇ ਦਰਸ਼ਕਾਂ ਤੱਕ ਜਾਵੇ। ਅੱਜ ਸ਼ੋ ਇੱਥੇ ਖਤਮ ਕਰਾਂਗੇ। ਆਪਣੇ ਦੋਸਤ ਰਣਵੀਰ ਸਿੰਘ ਨੂੰ ਅੱਗੇ ਦਾ ਧੰਨਵਾਦ। ਸਤਿ ਸ਼੍ਰੀ ਅਕਾਲ।